प्रोजेक्ट है अपना, लाइक आप करते हैं कोई भी अपना प्रोजेक्ट बनाना, जो आप प्रोजेक्ट ਦੇ ਵਿੱਚ ਲਾਈਕ ਆਪਾਂ ਨੂੰ ਪਤਾ ਹੀ ਹੈ ਦੋ ਪਾਰਟ ਹੁੰਦੇ ਆ, ਇੱਕ ਆਪਣਾ ਫਰੰਟ ਐਂਡ, ਇੱਕ ਹੁੰਦਾ ਆਪਣਾ ਬੈਕ ਐਂਡ। ਠੀਕ ਹੈ ਨਾ। ਫਰੰਟ ਐਂਡ ਜਿੱਥੇ ਆਪਾਂ ਨੂੰ ਡਾਟਾ ਡਿਸਪਲੇ ਹੋ ਰਿਹਾ, ਜੋ ਇਨਫੋਰਮੇਸ਼ਨ ਡਿਸਪਲੇ ਹੋ ਰਹੀ ਹੈ ਜਿੱਥੇ, ਲਾਈਕ ਐਂਟਰ ਯੂਜ਼ਰ ਨੇਮ, ਐਂਟਰ ਪਾਸਵਰਡ, ਲੌਗਇਨ, ਇਸ ਨੂੰ ਆਪਾਂ ਕੀ ਬੋਲਦੇ ਆ ਫਰੰਟ ਐਂਡ। ਜਿਸ ਜਗ੍ਹਾ ਤੇ ਇਹ ਇਨਫੋਰਮੇਸ਼ਨ ਸਟੋਰ ਹੈ ਉਸ ਨੂੰ ਕੀ ਬੋਲਦੇ ਆ ਆਪਾਂ ਬੈਕ ਐਂਡ। ਇੰਨਾ ਕੁ ਤੁਹਾਨੂੰ ਪਤਾ ਹੀ ਹੈ। ਹੁਣ ਬੈਕ ਐਂਡ ਕਿਸ ਦੇ ਵਿੱਚ ਬਣਦਾ ਹੈ? DBMS ਦੇ ਵਿੱਚ। ਠੀਕ ਹੈ, ਤੁਹਾਡੇ ਸਿਲੇਬਸ 'ਚ ਵੀ ਹੈ DBMS ਐਂਡ RDBMS। ਫਰੰਟ ਐਂਡ ਜੋ ਬਣਦਾ ਆਪਣਾ ਕੰਪਿਊਟਰ ਪ੍ਰੋਗਰਾਮਿੰਗ ਲੈਂਗੁਏਜਸ ਦੇ ਵਿੱਚ, ਜਿਵੇਂ ਜਾਵਾ ਹੋ ਸਕਦੀ ਹੈ, VB ਹੋ ਸਕਦੀ ਹੈ, C++, ਐਕਸੈਟਰਾ, ਕੋਈ ਵੀ ਹੋ ਸਕਦੀ ਹੈ। ਜਦੋਂ DBMS ਨਹੀਂ ਸੀ ਉਦੋਂ ਯੂਜ਼ ਹੁੰਦਾ ਸੀ ਫਾਈਲ ਹੈਂਡਲਿੰਗ, ਮਤਲਬ ਫਾਈਲਸ ਕ੍ਰੀਏਟ ਹੁੰਦੀਆਂ ਸੀ, ਜਿਵੇਂ ਸਿੰਪਲ ਆਪਾਂ ਕਹਿ ਸਕਦੇ ਹਾਂ TXT ਫਾਈਲ। ਠੀਕ ਹੈ, ਨੋਟਪੈਡ ਵਾਲੀ ਫਾਈਲ। ਹੁਣ ਚਾਹੇ ਹੁਣ DBMS RDBMS ਹੈ ਆਪਣੇ ਕੋਲ, ਬਟ ਫਿਰ ਵੀ ਜਿੱਥੇ ਬਹੁਤ ਥੋੜਾ ਕੰਮ ਹੈ ਨਾ, ਉੱਥੇ ਹੱਲੇ ਵੀ ਆਪਾਂ ਫਾਈਲਸ ਹੀ ਯੂਜ਼ ਕਰਦੇ ਹਾਂ। ਜਿਵੇਂ ਆਪਣੀ ਕੋਈ ਗੇਮਸ ਹੁੰਦੀਆਂ, ਗੇਮਸ ਦੇ ਵਿੱਚ ਤੁਹਾਡੇ ਲੈਵਲਸ ਸਟੋਰ ਹੁੰਦੇ ਆ, ਵੀ ਪਰਸਨ ਕਿਸ ਲੈਵਲ ਤੱਕ ਪਹੁੰਚਿਆ ਹੋਇਆ ਹੈ ਨਾ, ਉੱਥੇ ਉਹਨਾਂ ਨੂੰ RDBMS ਦੀ ਜ਼ਰੂਰਤ ਨਹੀਂ ਹੈ। ਮਤਲਬ ਇਹ ਨਹੀਂ ਹੈ ਵੀ ਉਸ ਟੇਬਲਸ ਬਣਾ ਰਹੇ ਆ ਜਾਂ ਬਹੁਤ ਵੱਡੀ ਇਨਫੋਰਮੇਸ਼ਨ ਸੇਵ ਹੋ ਰਹੀ ਹੈ, ਉੱਥੇ ਉਹ ਫਾਈਲਸ ਦੇ ਨਾਲ ਕੰਮ ਸਾਰ ਲੈਂਦੇ ਆ। ਕਲੀਅਰ ਹੈ ਨਾ। ਲਾਈਕ ਕੋਈ ਵੀ ਤੁਹਾਡੀ ਗੇਮਸ, ਆਪਾਂ ਮੋਬਾਈਲ ਗੇਮਸ ਦਾ ਜ਼ਿਆਦਾਤਰ ਛੋਟੀ ਗੇਮਸ ਹੁੰਦੀਆਂ, ਆਪਣੇ ਹੁੰਦੇ ਵੀ ਪਹਿਲੀ ਸਟੇਜ ਕਲੀਅਰ ਹੋ ਗਈ, ਦੂਜੀ ਹੋ ਗਈ, ਤੀਜੀ ਹੋ ਗਈ, ਹੈ ਨਾ, ਕਿੰਨੀਆਂ ਸਟੇਜਸ ਕਲੀਅਰ ਹੋ ਗਈਆਂ, ਉਹ ਇਨਫੋਰਮੇਸ਼ਨ ਕਿਤੇ ਤਾਂ ਸੇਵ ਹੈਗੀ ਹੈ ਨਾ ਮੋਬਾਈਲ ਦੇ ਵਿੱਚ, ਉਹ ਸੇਵ ਹੁੰਦੀ ਆ ਫਾਈਲਸ ਦੇ ਵਿੱਚ। ਵੀ ਅਗਰ ਫਾਈਲ 'ਚ ਇਹ ਸੇਵ ਹੈ ਤਾਂ ਐਵੇਂ ਚੱਲ ਪਏ ਪ੍ਰੋਗਰਾਮ, ਅਗਰ ਇਹ ਸੇਵ ਹੈ ਤਾਂ ਇਹੀ ਚੀਜ਼ ਚੱਲ ਪਈ। ਠੀਕ ਹੈ। ਹੁਣ ਜਿਹੜੀ ਫਾਈਲ ਹੈ, ਫਾਈਲ ਹੈਂਡਲਿੰਗ ਦੇ ਲਈ ਆਪਣੇ ਕੋਲ, ਜੇ ਆਪਾਂ ਕਹੀਏ ਸਿੰਪਲ, ਇੱਕ ਆਪਾਂ ਫਾਈਲ ਦੇ ਵਿੱਚ ਡਾਟਾ ਕੀ ਕਰ ਸਕਦੇ ਹਾਂ, ਰਾਈਟ ਕਰ ਸਕਦੇ ਹਾਂ। ਇੱਕ ਆਪਾਂ ਫਾਈਲ ਤੋਂ ਡਾਟਾ ਕੀ ਕਰ ਸਕਦੇ ਹਾਂ, ਰੀਡ ਕਰ ਸਕਦੇ ਹਾਂ। ਇਹ ਹੈ ਆਪਣਾ ਪ੍ਰੋਗਰਾਮ, ਜਾਵਾ ਦਾ ਪ੍ਰੋਗਰਾਮ, ਤੇ ਇਸ ਸਾਈਡ ਹੈ ਆਪਣੀ ਫਾਈਲ। ਫਾਈਲ ਜੋ ਹੈ ਆਪਣੀ ਟੈਕਸਟ ਫਾਈਲ ਵੀ ਹੋ ਸਕਦੀ ਹੈ, ਯਾਨੀ ਕਿ ਇਨ ਦਾ ਫਾਰਮ ਆਫ ਸਟ੍ਰਿੰਗ ਔਰ ਕਰੈਕਟਰਸ, ਜਾਂ ਆਪਣੀ ਫਾਈਲ ਬਾਈਟ ਫਾਈਲ ਵੀ ਹੋ ਸਕਦੀ ਹੈ, ਬਾਈਟ ਬੇਸਡ, ਜਿਸ ਦੇ ਵਿੱਚ ਜੋ ਡੇਟਾ ਹੈ ਉਹ ਬਲੌਕਸ ਦੀ ਫਾਰਮ 'ਚ ਸਟੋਰ ਹੁੰਦਾ ਹੈ, ਜਾਂ ਆਪਾਂ ਕਹੀਏ ਸਿੰਪਲ ਬਾਈਟ ਦੀ ਫਾਰਮ 'ਚ ਸਟੋਰ ਹੁੰਦਾ ਹੈ। ਜਦੋਂ ਅਸੀਂ ਡਾਟਾ ਕੇਵਲ ਰੀਡ ਤੇ ਰਾਈਟ ਕਰਨਾ ਹੈ, ਉਦੋਂ ਆਪਾਂ ਕ੍ਰੀਏਟ ਕਰਦੇ ਹਾਂ ਟੈਕਸਟ ਫਾਈਲ। ਜਦੋਂ ਆਪਾਂ ਡੇਟਾ ਤੇ ਮੈਨੀਪੂਲੇਸ਼ਨ ਕਰਨੀ ਹੈ, ਫਿਰ ਆਪਾਂ ਕ੍ਰੀਏਟ ਕਰਦੇ ਹਾਂ ਬਾਈਟ ਫਾਈਲਸ। ਲਾਈਕ ਅਗਰ ਮੈਂ ਕਹਾਂ ਵੀ ਸਟੂਡੈਂਟਸ ਦੀ ਇਨਫੋਰਮੇਸ਼ਨ ਸਟੋਰ ਕਰ ਦਿਓ, ਠੀਕ ਹੈ, ਨੇਮ, ਏਜ, ਰੋਲ ਨੰਬਰ, ਫੀਸ, ਇਹ ਸਟੋਰ ਕਰ ਦਿਓ। ਅਗਲੇ ਦਿਨ ਮੈਂ ਉਹ ਚੀਜ਼ਾਂ ਦੇਖਣੀਆਂ ਚਾਹੁੰਦਾ ਹੈ, ਜਾਂ 10 ਦਿਨ 15 ਦਿਨਾਂ ਬਾਅਦ ਉਹ ਚੀਜ਼ਾਂ ਮੈਂ ਦੇਖਣੀਆਂ ਚਾਹੁੰਦਾ ਹੈ, ਉਹ ਆਪਾਂ ਕਿਸ ਟੈਕਸਟ ਫਾਈਲ 'ਚ ਸਟੋਰ ਕਰ ਸਕਦੇ ਹਾਂ। ਬਟ ਅਗਰ ਮੈਂ ਕਹਿ ਰਿਹਾ ਵੀ ਸਟੂਡੈਂਟ ਦਾ ਨੇਮ, ਰੋਲ ਨੰਬਰ, ਮਾਰਕਸ ਐਂਟਰ ਕਰ ਦਿਓ, ਅਗਲੇ ਦਿਨ ਜਾਂ 10 ਦਿਨ ਬਾਅਦ ਮੈਂ ਚਾਹੁੰਦਾ ਵੀ ਜਿਹੜੇ ਉਹਦੇ ਮਾਰਕਸ ਸੀ ਉਹਨਾਂ ਦਾ ਟੋਟਲ ਫਾਈਂਡ ਕਰੋ, ਉਹਨਾਂ ਦੀ ਐਵਰੇਜ ਫਾਈਂਡ ਕਰੋ, ਉਹਨਾਂ ਦੇ ਅਕੋਰਡਿੰਗ ਉਹਨਾਂ ਦਾ ਰੈਂਕ ਕ੍ਰੀਏਟ ਕਰੋ। ਦੈਨ ਆਪਾਂ ਉਸ ਡੇਟਾ ਤੇ ਮੈਨੀਪੂਲੇਸ਼ਨ ਕਰ ਰਹੇ ਹਾਂ ਨਾ, ਜੋ ਫਾਈਲ ਦੇ ਅੰਦਰ ਹੈ, ਉਹ ਫਿਰ ਆਪਣੀ ਟੈਕਸਟ ਫਾਈਲ 'ਚ ਨਹੀਂ ਹੋ ਸਕਦੀ ਜਾਂ ਬਹੁਤ ਮੁਸ਼ਕਿਲ ਹੈ। ਉਸ ਕੇਸ 'ਚ ਆਪਾਂ ਕ੍ਰੀਏਟ ਕਰਦੇ ਹਾਂ ਬਾਈਟ ਫਾਈਲਸ, ਜੋ ਮੈਂ ਲਿੰਕ ਸ਼ੇਅਰ ਕਰ ਲੂੰਗਾ ਤੁਹਾਡੇ ਨਾਲ, ਡਿਸਕ੍ਰਿਪਸ਼ਨ 'ਚ ਵੀ ਲਿਖ ਦੂੰਗਾ YouTube ਦੇ। ਜਾਵਾ 'ਚ ਕ੍ਰੀਏਟ ਕਰਨਾ ਪ੍ਰੋਜੈਕਟ, ਜੋ C++ 'ਚ ਮੈਂ ਇੱਕ ਛੋਟਾ ਜਿਹਾ ਪ੍ਰੋਜੈਕਟ ਕ੍ਰੀਏਟ ਕੀਤਾ ਹੋਇਆ, ਉਸ ਨੂੰ ਤੁਸੀਂ ਜਾਵਾ 'ਚ ਕਨਵਰਟ ਕਰਨਾ। ਠੀਕ ਹੈ ਨਾ। ਜੋ ਆਪਾਂ ਅੱਜ ਟੌਪਿਕ ਕਰਾਂਗੇ ਉਹਨਾਂ ਦੀ ਹੈਲਪ ਦੇ ਨਾਲ ਉਹ ਸਾਰਾ ਐਜ਼ ਇਟ ਇਜ਼ ਹੀ ਕਨਵਰਟ ਹੋ ਜਾਊਗਾ। ਠੀਕ ਹੈ। ਸੌਰੀ। ਦੈਨ ਫਾਈਲ ਹੈਂਡਲਿੰਗ, ਜੋ ਫਾਈਲਸ ਦੀ ਜ਼ਰੂਰਤ ਕੀ ਹੈ, ਜੇ ਆਪਾਂ ਇੱਕ ਛੋਟੀ ਜਿਹੀ ਚੀਜ਼ ਦੇਖੀਏ, ਵੈਸੇ ਤਾਂ ਤੁਸੀਂ ਬੇਸਿਕਸ ਅਗਰ ਕੀਤੇ ਹੋਏ ਤਾਂ ਪਤਾ ਹੀ ਹੈ ਵੀ ਅਸੀਂ ਪ੍ਰੋਗਰਾਮ ਬਣਾਇਆ ਐਡੀਸ਼ਨ ਆਫ 2 ਨੰਬਰ ਦਾ, 10 + 20 ਆਨਸਰ ਇਜ਼ 30। ਫਿਰ ਪ੍ਰੋਗਰਾਮ ਰਨ ਕੀਤਾ 40 + 50 ਆਨਸਰ ਇਜ਼ 90। ਅਗਰ ਮੈਂ ਨੈਕਸਟ ਡੇ ਜਾਂ 2-3 ਦਿਨਾਂ ਬਾਅਦ ਦੇਖਣਾ ਹੈ ਵੀ ਮੈਂ ਕਿਹੜੀਆਂ ਵੈਲਿਊਜ਼ ਦਾ ਸਮ ਕੀਤਾ ਸੀ, ਉਹ ਮੈਂ ਸਟੋਰ ਥੋੜੀ ਹੈ ਕਿਤੇ ਵੈਲਿਊਜ਼, ਉਹ ਤਾਂ ਡਿਲੀਟ ਹੋ ਜਾਂਦੀਆਂ ਨਾਲ ਦੀ ਨਾਲ। ਅਗਰ ਆਪਾਂ 1 ਦਿਨ ਬਾਅਦ ਜਾਂ 2 ਦਿਨ ਬਾਅਦ ਚੈੱਕ ਕਰਨਾ ਹੈ ਵੀ ਮੈਂ ਕਿਹਨਾਂ ਤੇ ਵਰਕ ਕੀਤਾ ਸੀ, ਉਸ ਕੇਸ ਦੇ ਵਿੱਚ ਮੈਨੂੰ ਕਿਸ ਚੀਜ਼ ਦੀ ਜ਼ਰੂਰਤ ਹੈ, ਫਾਈਲਸ ਦੀ ਜ਼ਰੂਰਤ ਹੈ। ਉਸ ਕੇਸ 'ਚ ਆਪਾਂ ਕੀ ਕਰਾਂਗੇ, ਫਾਈਲਸ ਦੀ ਹੈਲਪ ਦੇ ਨਾਲ ਇਹ ਚੀਜ਼ ਫਾਈਂਡ ਕਰ ਸਕਦੇ ਹਾਂ ਵੀ ਅਸੀਂ ਕਿਸ ਡੇਟਾ ਤੇ ਪ੍ਰੋਸੈਸ ਕੀਤਾ ਸੀ, ਕਿਉਂਕਿ ਆਪਣੀ ਇਨਫੋਰਮੇਸ਼ਨ ਕੀ ਹੋਊਗੀ, ਆਪਣੀ ਕੰਪਿਊਟਰ ਦੇ ਵਿੱਚ ਉਹ ਸੇਵ ਰਹੂਗੀ। ਠੀਕ ਹੈ। ਦੈਨ ਜੋ ਫਾਈਲਸ ਹੈ,
एक फाइल क्लास है जावा दे विच, फाइल क्लास फ्रॉम java.io पैकेज अलाउ अस टू वर्क विद फाइल्स। ठीक है, एक फाइल क्लास है, एक फाइल रीडर है, एक फाइल राइटर है, एक फाइल इनपुट स्ट्रीम रीडर है। ठीक है, एक फाइल आउटपुट स्ट्रीम रीडर है, कुछ जो आप डिस्कस करांगे नाल दी नाल। हुण इन्हां दा पैकेज की है, java.io पैकेज। जो आपां नूं पैकेज इंपोर्ट करना पैना है ਜਦੋਂ ਅਸੀਂ ਫਾਈਲ ਦੇ ਵਿੱਚ ਵਰਕ ਕਰਨਾ ਹੈ ਤਾਂ ਕਿਹੜਾ ਕਰਨਾ ਪੈਣਾ, java.io ਪੈਕੇਜ। ਇੰਪੋਰਟ java.io ਪੈਕੇਜ, ਉਸ ਦੇ ਵਿੱਚ ਮੈਂ ਡਾਟ ਸਟਾਰ ਵੀ ਲਗਾ ਸਕਦਾ ਹਾਂ ਅਗਰ ਆਪਾਂ ਸਾਰੀਆਂ ਕਲਾਸਿਸ ਇੰਪੋਰਟ ਕਰਨੀਆਂ, ਜਾਂ ਡਾਟ ਫਾਈਲ ਲਗਾ ਸਕਦੇ ਹਾਂ ਅਗਰ ਮੈਂ ਕੇਵਲ ਇੱਕ ਫਾਈਲ ਤੇ ਹੀ ਵਰਕ ਕਰਨਾ। ਫਾਈਲ ਦਾ ਆਬਜੈਕਟ ਇਜ਼ ਇਕੁਅਲ ਟੂ ਨਿਊ ਫਾਈਲ, ਦੈਨ ਫਾਈਲ ਦਾ ਨੇਮ ਵਿਦ ਪਾਥ, विद पाथ लिखना है भी सी ड्राइव च डी ड्राइव च जिस जगह ते भी अपना वो चीज़ पई है। ठीक है, हूँ जो केवल फाइल है ना, ये जिहड़ा फाइल क्लास है इनबिल्ट, ये केवल फाइल की इनफॉर्मेशन दिंदी है भी की फाइल च असीं डाटा रीड कर सकते हैं, की फाइल तो राइट कर सकते हैं, डिलीट करना है, फाइल का नाम की है, उसका पाथ की है, उसकी लेंथ कितनी है। ठीक है ना, कदों मॉडिफाई है, मॉडिफाई फंक्शन है, लास्ट मॉडिफाइड भी कदों उसनूं आपां लास्ट मॉडिफाई कीता सी, उसकी पेरेंट डायरैक्टरी किहड़ी है, ऐसी कुछ इनफॉर्मेशन अगर आपां गैट करनी है तो किस दे विच पई है, अपनी फाइल दे विच पई है। थोड़ा प्रैक्टिकल टॉपिक है, आप प्रोग्राम के अकॉर्डिंग ही देखते हैं, समझते हैं। अगर किसी को कोई कन्फ्यूजन हुई तुसीं चैट दे विच नाल दी नाल पुछ ही जाइयो। ठीक है ना, आपां साइड ते चैट भी लगा लैंदे थोड़ा जिहा। कुछ प्रोग्राम्स है लाइक इंपोर्ट java.io.file। ठीक है, क्लास file1, एक मैं फाइल का ऑब्जेक्ट बनाया, ऑब्जेक्ट का नाम की रखता f न्यू फाइल aa.txt। aa.txt हुण की चीज़ है, aa.txt जिस फोल्डर दे विच, जिस डायरैक्टरी दे विच मेरा ये प्रोग्राम सेव है उस दे अंदर यह फाइल होनी चाहिए है। लाइक आप एक क्रिएट कर लेने फाइल, नोटपैड, हेलो हाउ आर यू, आई लिव इन पटियाला सिटी। ठीक है, कोई आप एक फाइल क्रिएट कर लेने छोटी जी, इसनूं सेव करना है, किस जगह ते सेव करना है, लाइक मेरा की है दिस पीसी दे अंदर मैं फोल्डर बनाया होया डी दे अंदर एक फोल्डर बनाया होया जावा दे अंदर फाइल का नाम की है aa.txt। ठीक है, पहला पे ही उसनूं आपां ओवरराइट कर लेंगे। ठीक है, aa.txt ये फाइल है। f.getName उसका नेम की है, पाथ की है, पेरेंट फोल्डर जो होंदा है वो की है, कैन राइट की उस असीं राइट कर सकते हैं डाटा कि केवल रीड ओनली है, उसकी लेंथ कितनी है, उसनूं मॉडिफाई कदों किया गया। जो मॉडिफाई है बेसिकली मिली सैकेंड्स दे विच आंदा है, इसनूं सानूं कन्वर्ट करना पऊगा सैकेंड्स मिनट्स ते डेट वगैरह दे विच। ये बेसिकली टाइम स्टैंप आ जांदी है एक बार उसकी, उसनूं आपां किसी भी फॉर्म च कन्वर्ट कर सकते हैं बाद चों। जावा सी file1.java जावा फाइल 1। ठीक है, ये उसकी लेंथ है, ये उसकी टाइम स्टैंप है, नेम ये है, पाथ ये है, पेरेंट नल है क्योंकि विद इन जिस जगह ते साडी फाइल है उस जगह ते ही अपना प्रोग्राम आप रन कर रहे हैं। अगर प्रोग्राम कितों होर रन करते होंगे तो उसका पाथ आ जाता भी किस जगह तो आप फाइल चला रहे हैं। ठीक है, बेसिक प्रोग्राम है एक फाइल क्लास का। जो आप फाइल क्लास के ऑब्जेक्ट के नाल कुछ वर्क करना है, इस दे विच असीं डाटा रीड या राइट नहीं किया, केवल जो अपनी फाइल से उसकी कुछ इन्फॉर्मेशन ली है भी फाइल कैसा वर्क कर रही है। ठीक है ना, जब फाइल दे विच की करैक्टरिस्टिक्स है कुछ उस वैसी इन्फॉर्मेशन। अगर आप ये चीज़ चेंज करांगे लाइक
कुछ लिख देने एक दो वर्ड होर, जो अपने लेंथ इंक्रीज हो जूगी, ठीक है, प्लस जो अपना उसका जो मॉडिफाई है वो पार्ट चेंज हो जूगा, है ना। 43 उसका पहला लेंथ सी हुण कितनी होगी 55 होगी, तो उसका मॉडिफिकेशन जो अपना टाइम स्टैंप है वो चेंज होगी। हुण कैन राइट आपां फाइल नूं रीड ओनली बना सकते हैं ना, ठीक है। अगर फाइल रीड ओनली है दिस मीनस इत्थे फिर अपना की आ जाना सी फॉल्स, भी आप उस चो डेटा उस डाटा राइट नहीं कर सकते। हाँ उस तो डेटा रीड तो कर सकते हैं बट उस आप डेटा राइट नहीं कर सकते। मोस्टली जिमें अपनिया सीडीज़ ਦੇ ਵਿੱਚ ਹੁੰਦਾ है ਜਾਂ कोई भी फाइल है आप उसनों राइट क्लिक करके उसनों रीड ओनली क्रिएट कर सकते हैं उसनों, ठीक है। ये जो फाइल ऑब्जेक्ट है, फाइल क्लास का ऑब्जेक्ट है, वो किस लिए यूज होंगे अपना जो आप फाइल की कोई बेसिक इन्फॉर्मेशन लेनी। दैन जो अपना वर्क है एक फाइल रीडर, एक क्लास है फाइल रीडर, नाम तो ही क्लियर है। फाइल रीडर क्लास की करूगी अपनी, जो फाइल रीडर क्लास है वो की करती है बेसिकली ਜਦੋਂ ਅਸੀਂ ਕਿਸੇ फाइल तो इन्फॉर्मेशन गैट करनी है, जो फाइल है फाइल रीडर क्लास जो है उसका आप एक ऑब्जेक्ट बनाया एफ, ठीक है। न्यू फाइल रीडर किहड़ी फाइल रीड की है AA.txt। अगर यह फाइल किसी होर फोल्डर च पई है तो मैंने लिखना पैना लाइक F ड्राइव :/ABC पूरा पाथ लिखना पैना है। हुण जिस जगह मेरा प्रोग्राम है उस जगह ही मेरी फाइल है तो मैं डायरैक्टली केवल फाइल नेम भी लिख सकता, ठीक है। उसका ऑब्जेक्ट क्रिएट किया आपां। दैन जो अपनी C++ है उसदे विच फाइल दे एंड ते एक फाइल है उसनूं किवें आइडेंटिफाई किया जाता सी भी फाइल का एंड हो गया, उस एक करैक्टर हुंदा सी EOF एंड ऑफ फाइल, तुहानूं याद होना है एंड ऑफ फाइल वो करैक्टर है जिहड़ा C++ दे विच कंपाइलर आइडेंटिफाई करदा सी भी इस पॉइंट ते फाइल का एंड हो गया। उत्थे आपां लिखदे सी भी उदों तक फाइल रीड हुंदी रवे जिदों तक की नहीं हो जाता एंड ऑफ फाइल नहीं हो जाता, EOF नहीं हो जाता, एंड ऑफ फाइल नहीं हो जाता। दैन F.read मैथड है, इसने की किया एक करैक्टर रीड किया। F.read ने की किया एक करैक्टर रीड किया, उस करैक्टर नूं किस स्टोर करता B दे विच, B की अपना एक इंटीजर। जो फाइल रीडर है इसका रिटर्न टाइप की है इंट, सॉरी फाइल रीडर के अंदर एक मैथड है रीड का रिटर्न टाइप की है इंट, ठीक है। करैक्टर नहीं है इंट है, इंट मतलब अस्काई वैल्यू, मतलब उस दे जिमें अपनी फाइल दे विच आपां लिखिया होया सी AA.txt दे विच hello HC है ना, कैपिटल A दा किन्ना है 65, दैन ABCDEFGH 5 6 7 8 9 70 71 72, मतलब B दे विच की आ गया 72 आ गया। अगर कैपिटल H है तो B दे विच की आ गया शायद 72। उसने 72 रीड किया तो उसनूं स्क्रीन ते डिस्प्ले करता है किस कन्वर्ट करके करैक्टर च कन्वर्ट करके। अगर मैं ये चीज़ नहीं लिखूंगा टाइप कास्ट नहीं करूंगा तो उत्थे की प्रिंट हो जाएगा 72, लाइक 72 83 45 इस तरीके प्रिंट हो जाएंगे सारे। बट अगर मैं करैक्टर लिखता है दिस मीनस उसने इस अस्काई वैल्यू नूं किस च कन्वर्ट करता करैक्टर दे विच, उसने H प्रिंट करता हेलो। प्लस जो फाइल हैंडलिंग है फाइल आप ओपन कर रहे हैं इस जगह ते फाइल नूं रीड कर रहे हैं, फाइल नूं क्लोज कर रहे हैं, ये हमेशा किस च होना चाहिए ट्राई ब्लॉक च ही होना चाहिए या ट्राई कैच ब्लॉक च ही होना चाहिए, ठीक है। लाइक अपने कोल फाइल रीडर का ऑब्जेक्ट बनाया F, ये सारा ब्लॉक ही अपना ट्राई ब्लॉक दे विच है ये सारा पार्ट। कैच इत्थे आपां लिख लैंदे हैं प्रिंट मैसेज डिस्प्ले करा लें, अगर कोई एरर आ गया तो वो मैसेज डिस्प्ले हो जाएगा। फाइल रीडर का ऑब्जेक्ट F कदों तक रीड हो जाए ਜਦੋਂ तक -1 नहीं आता है, लाइक जो अपना
C++ ਹੈ ਉਸ ਦੇ ਵਿੱਚ ਐਂਡੋ ਫਾਈਲ ਹੁੰਦਾ ਸੀ। ਜਾਵਾ 'ਚ ਕੀ ਹੁੰਦਾ ਆਪਣਾ -1 ਆਉਂਦਾ, ਠੀਕ ਹੈ। ਲਾਸਟ ਦੇ ਵਿੱਚ ਜਿੱਥੇ ਖਤਮ ਹੋ ਰਹੀ ਹੈ ਉੱਥੇ ਕੰਪਿਊਟਰ ਜਾਂ ਐਫ ਰੀਡ ਮੈਥਡ ਕੀ ਰਿਟਰਨ ਕਰ ਦਿੰਦਾ -1। -1 ਦਾ ਮਤਲਬ ਇੱਥੇ ਫਾਈਲ ਦਾ ਐਂਡ ਹੋ ਗਿਆ। ਉਦੋਂ ਤੱਕ ਰੀਡ ਕਰ ਦੇਗੇ B ਨੂੰ ਜਦੋਂ ਤੱਕ ਉਸਦਾ ਕੀ ਨਹੀਂ ਹੁੰਦਾ -1 ਨਹੀਂ ਆਉਂਦਾ, ਉਸ ਨੂੰ ਕਰੈਕਟਰ 'ਚ ਕਨਵਰਟ ਕਰਕੇ ਪ੍ਰਿੰਟ ਕਰ ਦੇਗਾ। ਬਹੁਤ ਹੀ ਇੰਪੋਰਟੈਂਟ ਪ੍ਰੋਗਰਾਮ ਹੈ। ਆਪਾਂ ਇਸ ਨੂੰ ਹੁਣ ਕੰਪਾਈਲ ਕਰਕੇ ਦੇਖਦੇ ਹਾਂ। ਜਾਵਾ C file2.java ਜਾਵਾ file2, ठीक है। उसने 1 by 1 ਕਰੈਕਟਰ ਹੈਲੋ ਹਾਊ ਆਰ ਯੂ ਆਈ ਲਿਵ ਇਨ ਪਟਿਆਲਾ ਸਿਟੀ ਹੈਲੋ ਬਾਏ, ਉਸਨੇ ਇੱਕ ਕਰੈਕਟਰ ਚੱਕਿਆ ਫਾਈਲ ਚੋਂ ਤੇ ਉਸਨੂੰ ਕੀ ਕੀਤਾ ਸਕਰੀਨ ਤੇ ਡਿਸਪਲੇ ਕਰਨਾ ਸ਼ੁਰੂ ਕਰਤਾ ਕਰੈਕਟਰ 'ਚ ਕਨਵਰਟ ਕਰਕੇ। ਅਗਰ ਮੈਂ ਇੱਥੇ ਕਨਵਰਟ ਨਹੀਂ ਕਰਦੇ, ਸਪੋਜ਼ ਆਪਾਂ ਡਾਇਰੈਕਟਲੀ ਲਿਖ ਦਿੰਦੇ ਆ, ਫਿਰ ਕੀ ਆਊਗਾ ਆਪਣਾ ਉੱਥੇ ਉਸਨੇ ਉਸਦੇ ਅਸਕਾਈ ਵੈਲਿਊ ਲਾਈਕ ਆਪਾਂ H ਕਹਿ ਰਹੇ ਸੀ, H ਦੀ ਕੈਪੀਟਲ H ਦੀ ਅਸਕਾਈ ਵੈਲਿਊ ਕਿੰਨੀ ਹੈ 70, ਸਮਾਲ E ਦੀ ਕਿੰਨੀ ਹੈ 101, ਉਸਨੇ ਸਾਰਿਆਂ ਦੀ ਸਕਾਈ ਵੈਲਿਊ ਪ੍ਰਿੰਟ ਕਰਤੀ, ਠੀਕ ਹੈ ਨਾ। ਬਟ ਆਪਣੀ ਰਿਕੁਆਇਰਮੈਂਟ ਸੀ ਉਸਨੂੰ ਕਰੈਕਟਰ ਦੀ ਫਾਰਮ 'ਚ ਡਿਸਪਲੇ ਕਰੇ, ਫਿਰ ਆਪਾਂ ਉਸਨੂੰ ਟਾਈਪ ਕਾਸਟ ਕਰਕੇ ਉੱਥੇ ਕਰੈਕਟਰ ਲਿਖਤਾ ਹੈ, ਦੈਨ ਉਹ ਕੀ ਕਰਤਾ ਉਸਨੇ ਕਰੈਕਟਰ ਦੀ ਫਾਰਮ 'ਚ ਕਨਵਰਟ ਕਰਤਾ ਹੈ। ਇਸ ਤੇ ਅਸੀਂ ਅੱਗੇ ਕੋਈ ਵੀ ਮੈਨੀਪੂਲੇਸ਼ਨ ਕਰਨੀ ਹੈ ਇਸ ਤੇ ਕਰਾਂਗੇ। ਲਾਈਕ ਇਫ ਵੀ ਵਾਂਟ ਟੂ ਸੇ ਦੈਟ ਵੀ ਹੈਵ ਟੂ ਕਾਊਂਟ ਵੋਵਲਸ ਫਰੋਮ ਏ ਫਾਈਲ, ਵੀ ਉਸ ਫਾਈਲ ਦੇ ਵਿੱਚ ਕਿੰਨੇ ਵੋਵਲਸ ਹੈ, ਦੈਨ ਆਪਾਂ ਇਸ B ਨੂੰ ਯੂਜ਼ ਕਰਾਂਗੇ। B ਇਜ਼ ਇਕਲ ਟੂ ਕੀ ਹੈ ਤਾਂ AEIOU ਹੈ ਤਾਂ C ਇੱਕ ਆਪਾਂ ਕਾਊਂਟਰ ++ ਕਰ ਲਾਂਗੇ, ਠੀਕ ਹੈ ਨਾ। ਕੋਈ ਵੀ ਮੈਨੀਪੂਲੇਸ਼ਨ ਹੈ ਫਾਈਲ ਦੇ ਵਿੱਚ ਉਹ ਆਪਾਂ ਇਸ ਵੇ ਨਾਲ ਕਰਾਂਗੇ ਅਗਰ ਉਹ ਕਰੈਕਟਰ ਫਾਈਲ ਨੂੰ ਆਪਾਂ ਰੀਡ ਕਰਨਾ। ਸਿਮਿਲਰਲੀ ਇੱਕ ਤਾਂ ਹੈ ਫਾਈਲ ਰੀਡਰ, ਇੱਕ ਹੈ ਫਾਈਲ ਰਾਈਟਰ। ਜਦੋਂ ਅਸੀਂ ਫਾਈਲ ਦੇ ਵਿੱਚ ਕੁਝ ਰਾਈਟ ਕਰਨਾ ਉਸ ਦੇ ਲਈ ਆਬਜੈਕਟ ਕਿਸ ਦਾ ਫਾਈਲ ਰਾਈਟਰ ਦਾ ਹੈ। ਲਾਈਕ ਇਸ 'ਚ ਕਿਹੜਾ ਸੀ, ਇੱਕ ਚੀਜ਼ ਹੋਰ ਯਾਦ ਰੱਖਣੀ ਹੈ, ਫਾਈਲ ਨੂੰ ਕਲੋਜ਼ ਜ਼ਰੂਰ ਕਰਨਾ ਲਾਸਟ ਦੇ ਵਿੱਚ f.close ਦੇ ਨਾਲ ਫਾਈਲ ਨੂੰ ਆਪਾਂ ਕੀ ਕਰ ਦਾਂਗੇ ਕਲੋਜ਼ ਕਰ ਦਾਂਗੇ। ਫਾਈਲ ਓਪਨ ਪ੍ਰੋਸੈਸ ਦੈਨ ਕਲੋਜ਼। ਸਿਮਿਲਰਲੀ ਰੀਡ ਦੇ ਵਿੱਚ ਆਬਜੈਕਟ ਕਿਸ, ਰਾਈਟ ਦੇ ਵਿੱਚ ਆਬਜੈਕਟ ਬਣਾਇਆ ਫਾਈਲ ਰਾਈਟਰ ਦਾ ਹੈ। f ਇਜ਼ ਇਕਲ ਟੂ ਨਿਊ ਫਾਈਲ ਰਾਈਟਰ, ਫਾਈਲ ਦਾ ਨਾਮ ਆਪਾਂ ਕੀ ਲਿਖਤਾ a.txt ਜਾਂ a ਜੋ ਮਰਜੀ ਹੈ a.txt, f.write f ਆਪਾਂ ਸਿੰਗਲ ਇੱਕ ਵਰਡ ਉਸ 'ਚ ਰਾਈਟ ਕਰਤਾ ਹੈ, f ਵਰਡ ਆਪਾਂ ਰਾਈਟ ਕਰਤਾ। f.write o, f.write f, ਠੀਕ ਹੈ ਨਾ। ਰਾਈਟ ਜੋ ਮੈਥਡ ਹੈ ਉਹ ਕੀ ਕਰਦਾ ਇੱਕ ਕਰੈਕਟਰ ਨੂੰ ਰਾਈਟ ਕਰ ਰਿਹਾ। ਸਿਮਿਲਰਲੀ ਮੈਥਡਸ ਹੈ ਅਗਰ ਆਪਾਂ ਡਾਇਰੈਕਟਲੀ ਸਟ੍ਰਿੰਗ ਰਾਈਟ ਕਰਨੀ ਹੈ ਆਪਾਂ ਸਕੈਨਰ ਦੇ ਨਾਲ ਪਹਿਲਾਂ ਇਨਪੁਟ ਕਰ ਸਕਦੇ ਹਾਂ ਦੈਨ ਉਸਨੂੰ ਰਾਈਟ ਕਰ ਸਕਦੇ ਹਾਂ, ਠੀਕ ਹੈ, ਉਹ ਆਪਣੀ ਮਰਜ਼ੀ ਹੈ। ਪਹਿਲਾਂ ਆਪਾਂ ਸਿੰਪਲ ਇੱਕ ਐਗਜ਼ਾਮਪਲ ਕਰਦੇ ਹਾਂ, ਫਾਈਲ 3.java ਜਾਵਾ ਫਾਈਲ 3। ਦਿਸ ਮੀਨਸ ਹੋਇਆ ਕੀ ਹੋਣਾ, ਹੁਣ ਕੁਛ ਆਊਟਪੁੱਟ ਨਹੀਂ ਆਈ। ਆਊਟਪੁੱਟ ਬੇਸਿਕਲੀ ਕੀ ਬਣੀ ਹੈ ਸਾਡੀ ਹਾਰਡ ਡਿਸਕ ਤੇ ਬਣੀ ਹੈ। a.txt ਇੱਕ ਫਾਈਲ ਕ੍ਰੀਏਟ ਹੋਈ ਹੈ ਜਿਸ ਦੇ ਵਿੱਚ ਕੀ ਲਿਖਿਆ ਗਿਆ O and F। ਸਿੰਪਲ ਆਪਣੇ DOS ਦੇ ਵਿੱਚ ਟਾਈਪ ਕਮਾਂਡ ਹੈ ਸ਼ਾਇਦ ਜਿਸ ਦੇ ਨਾਲ ਆਪਾਂ ਇਹ ਦੇਖ ਸਕਦੇ ਹਾਂ ਵੀ ਉਹ ਫਾਈਲ ਨੂੰ ਟਾਈਪ ਕਰਕੇ, ਠੀਕ ਹੈ। ਟਾਈਪ a.txt ਕੀ ਲਿਖਿਆ ਹੋਇਆ OF ਟਾਈਪ ਇੱਕ ਆਪਣੀ ਸੀ a.txt ਉਸ 'ਚ ਕੀ ਲਿਖਿਆ ਹੋਇਆ ਸੀ ਜੋ ਆਪਣੀ ਪਹਿਲੀ ਫਾਈਲ ਸੀ ਹੈਲੋ ਹਾਊ ਆਰ ਯੂ ਵਾਲੀ, ਠੀਕ ਹੈ ਨਾ। ਟਾਈਪ ਕਮਾਂਡ ਨਾਲ ਆਪਾਂ ਉਸਨੂੰ ਟਾਈਪ ਕਰਕੇ ਦੇਖ ਸਕਦੇ ਹਾਂ। ਇਹ ਹੈ ਫਾਈਲ ਰਾਈਟਰ। ਹੁਣ ਇਹਨਾਂ ਦੋਨਾਂ ਨੂੰ ਕਲੱਬ ਕਰਕੇ ਜੋ ਆਪਣਾ ਐਗਜ਼ਾਮ ਦੇ ਵਿੱਚ ਵੀ ਕਾਫੀ ਪ੍ਰੋਗਰਾਮ ਆਉਂਦਾ, ਰਾਈਟ ਏ ਪ੍ਰੋਗਰਾਮ ਟੂ ਕਾਪੀ ਵਨ ਫਾਈਲ ਇਨਟੂ ਅਨਦਰ, ਠੀਕ ਹੈ ਨਾ, ਇੱਕ ਫਾਈਲ ਨੂੰ ਦੂਸਰੇ 'ਚ ਕਾਪੀ ਕਰਨਾ ਹੈ। ਦੈਨ ਆਪਾਂ ਨੂੰ ਦੋਨਾਂ ਦੇ ਆਬਜੈਕਟ ਚਾਹੀਦੇ ਆ, ਫਾਈਲ ਰੀਡਰ ਦੇ ਵੀ ਤੇ ਰਾਈਟਰ ਦੇ ਵੀ। ਰੀਡਰ 'ਚੋਂ ਆਪਾਂ ਇੱਕ ਕਰੈਕਟਰ ਰੀਡ ਕਰਾਂਗੇ ਤੇ ਰਾਈਟਰ 'ਚ ਆਪਾਂ ਉਸਨੂੰ ਰਾਈਟ ਕਰ ਲਾਂਗੇ। ਲਾਈਕ ਇੱਕ ਆਪਾਂ ਆਬਜੈਕਟ ਬਣਾਇਆ ਫਾਈਲ ਰੀਡਰ ਦਾ ਹੈ F1, ਇੱਕ ਫਾਈਲ ਰਾਈਟਰ ਦਾ F2। F1 'ਚ ਕੀ ਹੈ a.txt, F2 'ਚ ਕੀ ਹੈ a.txt। a ਚੋਂ ਆਪਾਂ ਰੀਡ ਕਰੀਏ F1 ਡੋਟ ਰੀਡ, a ਚੋਂ ਰੀਡ ਕੀਤਾ ਤੇ F2 'ਚ ਉਹੀ B ਰਾਈਟ ਕਰਤੀ, B ਨੂੰ ਰੀਡ ਕੀਤਾ, ਠੀਕ ਹੈ। ਉਸ B ਨੂੰ ਮੈਂ ਸਕਰੀਨ ਤੇ ਪ੍ਰਿੰਟ ਕਰਤਾ, ਦੈਨ ਉਸ B ਨੂੰ ਮੈਂ F2 'ਚ ਰਾਈਟ ਕਰਤਾ। F2 ਕੀ ਹੈ a.txt, ਮਤਲਬ F1 ਚੋਂ ਇੱਕ
ਕਰੈਕਟਰ ਰੀਡ ਕੀਤਾ ਇੰਟੀਜ਼ਰ, ਉਸਨੂੰ ਕਨਵਰਟ ਕੀਤਾ ਕਰੈਕਟਰ 'ਚ, ਦੈਨ ਉਸਨੂੰ ਰਾਈਟ ਕਿਸ 'ਚ ਕੀਤਾ F2 ਦੇ ਵਿੱਚ। ਹੁਣ ਜਦੋਂ ਰਾਈਟ ਕਰ ਰਹੇ ਹੈ, ਚਾਹੇ ਇੱਥੇ ਇੰਟੀਜ਼ਰ ਹੈ ਬਟ ਉਹ ਰਾਈਟ ਕਰੂਗਾ ਇਨ ਦਾ ਫਾਰਮ ਆਫ ਕਰੈਕਟਰਸ, ਠੀਕ ਹੈ ਨਾ। ਟੈਕਸਟ ਫਾਈਲ ਹੈ, ਉਸਨੂੰ ਟੈਕਸਟ 'ਚ ਕਨਵਰਟ ਕਰਕੇ ਕਰੂਗਾ। ਅਗਰ ਅਸੀਂ ਇੰਟੀਜ਼ਰ ਰਾਈਟ ਕਰਨਾ ਹੈ, ਫਲੋਟ ਰਾਈਟ ਕਰਨਾ ਹੈ, ਦੈਨ ਆਪਾਂ ਨੂੰ ਬਾਈਟ ਫਾਰਮ 'ਚ ਹੀ ਡੇਟਾ ਬਣਾਉਣਾ ਪੈਣਾ, ਜਿਸ ਨੂੰ ਆਪਾਂ ਬਾਈਨਰੀ ਫਾਈਲਸ ਬੋਲਦੇ, ਠੀਕ ਹੈ ਨਾ। ਇੱਕ ਟੈਕਸਟ ਫਾਈਲ ਹੁੰਦੀ ਹੈ, ਇੱਕ ਬਾਈਨਰੀ ਫਾਈਲਸ। ਟੈਕਸਟ ਫਾਈਲ 'ਚ ਕਰੈਕਟਰ ਦੀ ਫਾਰਮ 'ਚ ਡੇਟਾ ਸਟੋਰ ਹੁੰਦਾ ਹੈ, ਬਾਈਨਰੀ ਫਾਈਲ 'ਚ ਕਿਸ ਦੀ ਫਾਰਮ 'ਚ ਡੇਟਾ ਸਟੋਰ ਹੋਊਗਾ, ਬਾਈਟ ਦੀ ਫਾਰਮ 'ਚ ਡੇਟਾ ਸਟੋਰ ਹੋਊਗਾ। ਜਦੋਂ ਅਸੀਂ ਮੈਨੀਪੂਲੇਸ਼ਨ ਕਰਨੀ ਹੈ ਡੇਟਾ ਤੇ ਤਾਂ ਬਾਈਟ ਦੀ ਫਾਰਮ 'ਚ ਹੋਣਾ ਚਾਹੀਦਾ ਹੈ। ਜਦੋਂ ਅਸੀਂ ਡੇਟਾ ਤੇ ਕੋਈ ਮੈਨੀਪੂਲੇਸ਼ਨ ਨਹੀਂ ਕਰਨੀ ਤਾਂ ਉਹ ਆਪਣੀ ਮਰਜ਼ੀ ਆਪਾਂ ਉਸਨੂੰ ਟੈਕਸਟ ਫਾਈਲ 'ਚ ਵੀ ਸਟੋਰ ਕਰ ਸਕਦੇ ਹਾਂ। ਕਰੈਕਟਰ ਰੀਡ ਕੀਤਾ ਹੈ, ਉਸਨੂੰ ਪ੍ਰਿੰਟ ਕੀਤਾ ਹੈ, ਦੈਨ F2 'ਚ ਰਾਈਟ ਕੀਤਾ ਹੈ। ਦੋਨੇ ਫਾਈਲਸ ਨੂੰ ਆਪਾਂ ਲਾਸਟ 'ਚ ਕੀ ਕਰਤਾ ਹੈ, ਕਲੋਜ਼ ਕਰਤਾ ਹੈ। Java ਫਾਈਲ 4, ਉਸਨੂੰ ਕੀ ਕੀਤਾ ਹੈ, ਕਰੈਕਟਰ ਨੂੰ ਸਕਰੀਨ ਤੇ ਡਿਸਪਲੇ ਕੀਤਾ ਵਿਦ ਦੀ ਹੈਲਪ ਆਫ system.out.print ਮੈਥਡ। ਦੈਨ ਸੇਮ ਕਰੈਕਟਰ ਨੂੰ ਉਸਨੇ F2 ਦੇ ਵਿੱਚ ਵੀ ਰਾਈਟ ਕਰਤਾ। F2 ਸਾਡੀ ਕਿਹੜੀ ਫਾਈਲ ਹੈ, a.txt। ਲਾਈਕ ਆਪਾਂ ਇੱਥੇ a.txt ਕੀਤਾ ਸੀ ਤਾਂ ਕੀ ਪ੍ਰਿੰਟ ਹੋਇਆ ਸੀ, ਆਫ, ਕਿਉਂਕਿ ਆਪਾਂ O ਤੇ F ਨੂੰ ਰਾਈਟ ਕੀਤਾ ਸੀ। ਹੁਣ ਆਪਾਂ ਟਾਈਪ ਕਰਕੇ ਦੇਖਦੇ ਹਾਂ a.txt। ਹੁਣ ਉਸਨੇ a.txt 'ਚ ਕੀ ਪਾਤਾ ਹੈ, ਜੋ ਆਪਣਾ a.txt 'ਚ ਸੀ, ਠੀਕ ਹੈ ਨਾ। ਇਹ 'ਚ ਵੀ ਸੇਮ ਚੀਜ਼ ਹੈ ਆਪਣੀ, ਤੇ ਉਸਨੇ ਇਸ ਫਾਈਲ ਨੂੰ ਕਿਸ 'ਚ ਕਾਪੀ ਕੀਤਾ ਹੈ, a.txt ਦੇ ਵਿੱਚ। ਜੋ ਮੋਸਟ ਇੰਪੋਰਟੈਂਟ ਪ੍ਰੋਗਰਾਮ ਹੈ ਜਿਹੜਾ ਫਾਈਲ ਹੈਂਡਲਿੰਗ ਦਾ ਹੈ, ਜਿਹੜਾ ਮੋਸਟਲੀ ਐਗਜ਼ਾਮ ਦੇ ਵਿੱਚ ਆਉਂਦਾ ਹੈ, ਪਲੱਸ ਇਹ ਕਨਸੈਪਟ ਵੀ ਸਾਰੇ ਕਲੀਅਰ ਕਰ ਰਿਹਾ ਹੈ ਵੀ ਫਾਈਲ ਰੀਡਰ ਵੀ ਆਬਜੈਕਟ ਆ ਗਿਆ, ਫਾਈਲ ਰੀਡਰ ਕਲਾਸ ਦਾ ਵੀ, ਫਾਈਲ ਰਾਈਟਰ ਦਾ ਵੀ ਆਬਜੈਕਟ ਆ ਗਿਆ, ਰੀਡ ਮੈਥਡ ਵੀ ਆ ਗਿਆ, ਠੀਕ ਹੈ। ਦੈਨ ਰਾਈਟ ਮੈਥਡ ਵੀ ਆ ਗਿਆ, ਤੇ ਇਹ ਵੀ ਕਲੀਅਰ ਹੋ ਗਿਆ ਵੀ ਫਾਈਲ ਦਾ ਐਂਡ ਕਿਵੇਂ ਹੁੰਦਾ ਹੈ, ਜਦੋਂ -1 ਰਿਟਰਨ ਹੁੰਦਾ ਹੈ। ਮੀਨਸ ਜੋ ਰੀਡ ਮੈਥਡ ਹੈ ਉਹ ਤੁਹਾਨੂੰ ਦੱਸਿਆ ਸੀ ਕੀ ਰਿਟਰਨ ਕਰਦਾ, ਇੰਟੀਜ਼ਰ ਵੈਲਿਊ ਰਿਟਰਨ ਕਰਦਾ ਹੈ। ਜਦੋਂ ਉਸਨੇ -1 ਰਿਟਰਨ ਕਰਤਾ ਹੈ, ਦਿਸ ਮੀਨਸ ਉਦੋਂ ਫਾਈਲ ਦਾ ਕੀ ਹੋ ਗਿਆ, ਐਂਡ ਹੋ ਗਿਆ। ਅਗਰ ਫਾਈਲ ਦੇ ਵਿੱਚ ਵੈਸੇ ਹੀ ਕਿਤੇ -1 ਹੋਵੇ, ਫਿਰ ਅਗਰ ਫਾਈਲ ਦੇ ਵਿੱਚ ਵੈਸੇ ਹੀ ਕਿਤੇ -1 ਲਿਖਿਆ ਤਾਂ ਇਹ ਦੋ ਕਰੈਕਟਰ ਹੈ, ਇੱਕ ਵਾਰ ਉਹ ਮਾਈਨਸ ਚੱਕੂਗਾ, ਮਾਈਨਸ ਦੀ ਸਕਾਈ ਵੈਲਿਊ ਪ੍ਰਿੰਟ ਕਰੂਗਾ ਜਾਂ ਕਾਪੀ ਕਰੂਗਾ, ਫਿਰ 1 ਚੱਕੂਗਾ ਤੇ 1 ਦੀ ਸਕਾਈ ਵੈਲਿਊ ਪ੍ਰਿੰਟ ਕਰੂਗਾ ਤੇ ਕਾਪੀ ਕਰੂਗਾ। -1 ਦਾ ਮਤਲਬ ਹੈ ਜਦੋਂ ਉਸਨੂੰ ਕੋਈ ਕਰੈਕਟਰ ਉੱਥੋਂ ਮਿਲਿਆ ਹੀ ਨਹੀਂ, ਜਦੋਂ ਫਾਈਲ ਆਪਣੀ ਐਂਡ ਹੋ। ਇਸੇ ਵੇ ਦੇ ਨਾਲ ਫਾਈਲ ਰਾਈਟਰ ਦੀ ਜਗ੍ਹਾ ਅਗਰ ਸਾਡੀ ਬਾਈਟ ਫਾਈਲ ਹੈ ਤਾਂ ਅਸੀਂ ਫਾਈਲ ਆਊਟਪੁੱਟ ਸਟਰੀਮ ਯੂਜ਼ ਕਰਨਾ ਹੈ, ਤੇ ਫਾਈਲ ਰੀਡਰ ਦੀ ਜਗ੍ਹਾ ਫਾਈਲ ਇਨਪੁੱਟ ਸਟਰੀਮ ਯੂਜ਼ ਕਰਨਾ, ਠੀਕ ਹੈ। ਇਨਪੁੱਟ ਸਟਰੀਮ ਰੀਡਰ ਤੇ ਆਊਟਪੁੱਟ ਸਟਰੀਮ। ਰਾਈਟਰ ਦੇ ਵਿੱਚ ਕੀ ਆਊਗਾ, ਆਊਟਪੁੱਟ ਸਟਰੀਮ, ਰੀਡਰ 'ਚ ਕੀ ਆਊਗਾ, ਇਨਪੁੱਟ ਸਟਰੀਮ, ਠੀਕ ਹੈ। ਅਗਰ ਬਾਈਟ ਆਪਾਂ ਇਹ ਵੀ ਆਬਜੈਕਟ ਕ੍ਰੀਏਟ, ਯਾਨੀ ਕਿ ਚਾਹੇ ਆਬਜੈਕਟ ਆਪਾਂ ਇਸ ਦਾ ਕ੍ਰੀਏਟ ਕਰ ਲਈਏ, ਫਿਰ ਆਪਣੀ ਕਿਹੜੀ ਫਾਈਲ ਬਣੂਗੀ, ਉਹ ਬਾਈਨਰੀ ਫਾਈਲਸ ਕ੍ਰੀਏਟ ਹੋਣਗੀਆਂ। ਤੁਸੀਂ ਆਪਣੇ ਆਪ ਕਰਕੇ ਦੇਖਣੀ ਹੈ ਇਹ, ਤੇ ਅਗਰ ਕੋਈ ਵੀ ਕਨਫਿਊਜ਼ਨ ਹੈ ਤੁਸੀਂ ਪੁੱਛ ਸਕਦੇ ਹੋ ਚੈਟ ਦੇ ਵਿੱਚ। ਇਹ ਆਪਣੇ 3 ਮੇਨ ਪ੍ਰੋਗਰਾਮ ਹੈ, ਇਸ ਨੂੰ ਵੀ ਮੈਂ ਸ਼ੇਅਰ ਕਰ ਲੈਣਾ ਤੁਹਾਡੇ ਨਾਲ। ਇੱਕ ਰਾਈਟ ਵਾਲਾ ਵੀ ਕਾਪੀ ਕਰ ਦਿੰਦਾ ਹੈ ਵੀ ਫਾਈਲ 'ਚ ਰਾਈਟ ਕਿਵੇਂ ਕਰਨਾ ਹੈ। ਦੈਨ ਵੀ ਹੈਵ ਟੂ ਕਾਪੀ ਵਨ ਫਾਈਲ ਇਨਟੂ ਅਨਦਰ, ਜਿਹੜਾ ਬਹੁਤ ਇੰਪੋਰਟੈਂਟ ਪ੍ਰੋਗਰਾਮ ਹੈ ਆਪਣਾ, ਠੀਕ ਹੈ। ਇਹ ਚੀਜ਼ ਹੈ। ਦੈਨ ਇੱਕ ਮੈਂ ਸ਼ੇਅਰ ਕਰੂੰਗਾ ਤੁਹਾਡੇ ਨਾਲ C++ ਦਾ ਪ੍ਰੋਜੈਕਟ, ਠੀਕ ਹੈ, ਜੋ ਕਲਾਸ 'ਚ ਬਣਿਆ ਹੋਇਆ, ਕਲਾਸ ਨੂੰ ਰੀਡ ਰਾਈਟ ਕਰ ਰਿਹਾ ਹੈ। ਹੁਣ ਅਗਰ ਕਲਾਸ ਨੂੰ ਰੀਡ ਰਾਈਟ ਕਰਨਾ ਹੈ, ਦਿਸ ਮੀਨਸ ਸਾਨੂੰ ਫਾਈਲ ਇਨਪੁੱਟ ਤੇ ਫਾਈਲ ਆਊਟਪੁੱਟ ਸਟਰੀਮ ਚਾਹੀਦੀ ਹੈ, ਠੀਕ ਹੈ। ਆਪਾਂ ਉਦੋਂ ਰੀਡਰ ਰਾਈਟਰ ਨਾਲ ਨਹੀਂ ਕਰ ਸਕਦੇ, ਕਿਉਂਕਿ ਰੀਡਰ ਰਾਈਟਰ ਤਾਂ ਕੇਵਲ ਟੈਕਸਟ ਦੀ ਫਾਰਮ 'ਚ ਡੇਟਾ ਐਂਟਰ ਕਰ ਰਿਹਾ। ਹੁਣ ਇੱਥੇ ਇੱਕ ਛੋਟੀ ਚੀਜ਼ ਦੇਖ ਲਈਏ, ਫਰਕ ਕੀ ਪੈਣਾ ਚਾਹੀਦਾ ਹੈ ਜਾਂ ਕੀ ਹੁੰਦਾ ਹੈ। ਇਹ ਹੈ, ਆਪਾਂ C ਦੇ ਅਕੋਰਡਿੰਗ ਮੈਂ ਸਮਝਾਉਣਾ, ਥੋੜੇ ਈਜ਼ੀਲੀ ਸਮਝ ਆਊਗਾ। C ਦੇ ਵਿੱਚ ਇੰਟੀਜ਼ਰ ਹੈ ਆਪਣਾ 2 ਬਾਈਟਸ ਦਾ, ਕਰੈਕਟਰ ਹੈ 1 ਬਾਈਟ ਦਾ, ਠੀਕ ਹੈ। ਇਹ ਚੀਜ਼ ਦੇਖੋ। ਹੁਣ ਮੈਂ ਸਟੋਰ ਕਰਨਾ ਹੈ 44 ਸਟੋਰ ਕਰਨਾ, ਕੇਵਲ 4 ਮੈਮਰੀ ਦੇ ਵਿੱਚ। ਅਗਰ ਮੈਂ 4 ਇੰਟੀਜ਼ਰ ਦੀ ਫਾਰਮ 'ਚ ਸਟੋਰ ਕਰੂੰਗਾ ਤਾਂ ਕਿੰਨੇ ਬਾਈਟ ਲਊਗਾ, 2 ਬਾਈਟਸ।
C++ ਦੀ ਗੱਲ ਕਰ ਰਹੇ ਹਾਂ। ਅਗਰ 4 ਨੂੰ ਮੈਂ ਕਰੈਕਟਰ ਦੀ ਫਾਰਮ 'ਚ ਸਟੋਰ ਕਰਨਾ ਹੈ ਤਾਂ ਕਿੰਨੇ ਲਊਗਾ 1 ਬਾਈਟ। ਠੀਕ ਹੈ, ਅਗਰ ਮੈਂ ਉਹਨੂੰ 4 ਨੂੰ ਕਰੈਕਟਰ ਦੀ ਫਾਰਮ 'ਚ ਸਟੋਰ ਕਰਾਂ ਤਾਂ ਕਿੰਨਾ ਲਊਗਾ 1 ਬਾਈਟ। ਅਗਰ ਇੰਟੀਜ਼ਰ ਦੀ ਫਾਰਮ 'ਚ ਸਟੋਰ ਕਰਾਂ ਫਿਰ ਕਿੰਨੇ ਲਊਗਾ 2 ਬਾਈਟਸ। ਪਰ ਅਗਰ ਮੇਰਾ ਹੈਗਾ 4 3 8 1 0 1 4 3 8 0 ਕਿੰਨੇ ਕਰੈਕਟਰ ਹੋ ਗਏ 5। ਅਗਰ ਇੰਟੀਜ਼ਰ ਦੀ ਫਾਰਮ 'ਚ ਹੈ ਤਾਂ ਕਿੰਨੇ ਬਾਈਟ ਹੋਣਗੇ ਕੇਵਲ 2 ਬਾਈਟਸ, ਕਿਉਂਕਿ ਇੱਕ ਇੰਟੀਜ਼ਰ ਹੀ ਹੈ I = this, ਉਹ ਇੱਕ ਇੰਟੀਜ਼ਰ ਹੀ ਹੈ, ਇਹ ਸਾਰਾ 2 ਬਾਈਟਸ ਦੇ ਵਿੱਚ ਹੀ ਆ ਜਾਊਗਾ। ਅਗਰ ਮੈਂ ਇਸਨੂੰ ਕਰੈਕਟਰ ਦੀ ਫਾਰਮ 'ਚ ਸਟੋਰ ਕਰਾਂ ਫਿਰ ਕਿੰਨੇ ਬਾਈਟਸ ਹੋਣਗੇ ਇਹ 5 ਬਾਈਟਸ ਲਊਗਾ, ਕਿਉਂਕਿ ਹਰੇਕ ਨੂੰ ਉਹਨੇ ਅਲੱਗ-ਅਲੱਗ ਕਰਨਾ ਹੈ। ਇਸ ਦਾ ਫਾਇਦਾ ਕੀ ਹੈ ਬਾਈਨਰੀ ਫਾਈਲ ਦਾ? ਸਪੋਜ਼ ਅਗਰ ਆਪਾਂ ਮੈਂ ਕਹਾਂ ਤੁਹਾਨੂੰ 43 8 ਦੋ ਨੰਬਰਸ ਹੈ 4 3 5 8 2 1 ਦੋ ਨੰਬਰਸ ਹੈ ਇਹਨਾਂ ਦੋਨਾਂ ਨੂੰ ਕੰਪਿਊਟਰ 'ਚ ਸੇਵ ਕਰ ਦਿਓ। अगर बाइनरी फाइल है ना, सॉरी टेक्स्ट फाइल है, तो ऐसा स्टोर हो जाएगा 4 3 5 8 2 1। अगर वो बाइनरी फाइल है 2 बाइट्स ਦੇ ਵਿੱਚ 4 3 5 ਸਟੋਰ ਹੋਊਗਾ 0 1 0 1 ਦੀ ਫਾਰਮ ਦੇ ਵਿੱਚ ਕੁਝ, ਤੇ 2 ਬਾਈਟਸ ਦੇ ਵਿੱਚ 8 2 1 ਸਟੋਰ ਹੋਊਗਾ ਉਹ ਵੀ 0 1 0 1। ਬੇਸਿਕਲੀ ਉੱਥੇ ਰੀਡੇਬਲ ਨਹੀਂ ਹੁੰਦਾ, 0 1 ਦੀ ਫਾਰਮ ਨਹੀਂ ਹੁੰਦੀ, ਠੀਕ ਹੈ, ਬਟ ਦਿਖੂਗਾ ਵੀ ਨਹੀਂ। ਹੁਣ ਇੱਥੇ ਤੱਕ ਤਾਂ ਕੋਈ ਫਰਕ ਨਹੀਂ ਹੈ, ਡੇਟਾ ਇੱਥੇ ਵੀ ਸਟੋਰ ਹੋਇਆ, ਇੱਥੇ ਵੀ ਸਟੋਰ ਹੋਇਆ, ਇੱਥੇ ਉਹਨੇ ਲਿਆ 2 ਤੇ 2 4 ਬਾਈਟਸ, ਇੱਥੇ ਲਿਆ ਉਹਨੇ 3 ਤੇ 3 6 ਬਾਈਟਸ, ਠੀਕ ਹੈ। ਬਟ ਡਿਫਰੈਂਸ ਕਦੋਂ ਹੈ? ਜਦੋਂ ਮੈਂ ਕਹਾਂ ਇਹਨਾਂ ਦੋਨਾਂ ਨੰਬਰਸ ਨੂੰ ਐਡ ਕਰੋ, ਇੱਕ ਨੰਬਰ ਮੈਂ ਇੱਥੋਂ ਚੱਕਿਆ, ਇੱਕ ਇੱਥੋਂ ਚੱਕਿਆ, ਦੋਨਾਂ ਨੂੰ ਐਡ ਕਰਕੇ ਡਿਸਪਲੇ ਕਰਤਾ। ਇਸ ਦੇ ਵਿੱਚੋਂ ਮੈਂ ਨੰਬਰ ਨੂੰ ਗੈਟ ਨਹੀਂ ਕਰ ਸਕਦਾ। ਜਦੋਂ ਮੈਨੂੰ ਕੋਈ ਕਹੇ ਵੀ ਇਸ ਤੋਂ 2 ਨੰਬਰ ਪਿਕ ਕਰੋ, ਕਿਹੜੇ 2 ਨੰਬਰ? ਹੋ ਸਕਦਾ ਇੱਕ 43 ਹੋਵੇ, ਇੱਕ 5821 ਹੋਵੇ, ਹੋ ਸਕਦਾ ਇੱਕ 4358 ਹੋਵੇ, ਇੱਕ ਇਕੱਲਾ 2 ਹੋਵੇ, ਹੋ ਸਕਦਾ ਇੱਕ ਕੇਵਲ 4 ਹੋਵੇ, ਕਿਉਂਕਿ ਇੱਥੇ ਆਇਡੈਂਟੀਫਾਈ ਨਹੀਂ ਹੋ ਸਕਦਾ ਵੀ 2 ਨੰਬਰ ਅਲੱਗ-ਅਲੱਗ ਨਹੀਂ ਪਏ, ਉਹ ਇਕੱਠੇ ਹੀ ਪਏ ਆ। ਇਸ ਜਗ੍ਹਾ ਤੇ 2 ਨੰਬਰ ਅਲੱਗ-ਅਲੱਗ ਬਲਾਕਸ ਦੇ ਵਿੱਚ ਪਏ ਆ, ਉਸ ਨੂੰ ਈਜ਼ੀਲੀ ਆਇਡੈਂਟੀਫਾਈ ਕੀਤਾ ਜਾ ਸਕਦਾ। ਇਸੇ ਕਰਕੇ ਜੋ ਬਾਈਨਰੀ ਫਾਈਲਸ ਹੈ ਆਪਣੀਆਂ, ਉਹ ਉਦੋਂ ਯੂਜ਼ ਕਰਦੇ ਹਾਂ ਆਪਾਂ ਜਦੋਂ ਆਪਾਂ ਉਸ 'ਤੇ ਕੋਈ ਡਾਟੇ ਨੂੰ ਮੈਨੀਪੂਲੇਟ ਕਰਨਾ ਹੈ, ਮੈਨੀਪੂਲੇਸ਼ਨ ਕਰਨੀ, ਠੀਕ ਹੈ ਨਾ। ਪਲੱਸ ਜੋ ਵੀ ਆਪਣੇ C++ ਦੇ ਵਿੱਚ ਤਾਂ ਜਾਂ ਬਾਕੀ ਲੈਂਗੁਏਜਸ ਦੇ ਵਿੱਚ ਜੋ ਆਪਣੇ ਐਰੇਜ਼ ਹੈ, ਸਟਰਕਚਰਸ ਹੈ, ਫਾਈਲਸ ਹੈ, ਸੌਰੀ ਫਾਈਲਸ ਨਹੀਂ ਕਲਾਸਿਸ ਹੈ, ਉਹ ਆਲਵੇਜ਼ ਜੋ ਹੈ ਆਪਣਾ ਇਸ ਫਾਰਮ 'ਚ ਹੀ ਰਾਈਟ ਹੁੰਦੀਆਂ ਇਨ ਦਾ ਫਾਰਮ ਆਫ ਬਾਈਨਰੀ ਫਾਈਲਸ, ਠੀਕ ਹੈ। ਚਲੋ ਅੱਜ ਆਪਾਂ ਇੰਨਾ ਹੀ ਕਰਦੇ ਹਾਂ। ਇਹ 4 ਐਗਜ਼ਾਮਪਲਸ ਮੈਂ ਇੱਥੇ ਪੇਸਟ ਕੀਤੀਆਂ, ਇਸ ਨੂੰ ਤੁਸੀਂ ਕਾਪੀ ਕਰ ਲਿਓ ਤੇ ਇੱਕ ਵਾਰ ਰਨ ਕਰਕੇ ਜ਼ਰੂਰ ਦੇਖਣਾ ਹੈ 4 ਦੇ 4 ਪ੍ਰੋਗਰਾਮਸ ਨੂੰ, ਤੇ ਮੈਂ ਤੁਹਾਡੇ ਉਸ ਦੇ ਵਿੱਚ ਗਰੁੱਪ ਦੇ ਵਿੱਚ ਵੀ ਸ਼ੇਅਰ ਕਰ ਦੂੰਗਾ, ਠੀਕ ਹੈ, ਤੇ YouTube ਦੇ ਡਿਸਕ੍ਰਿਪਸ਼ਨ ਦੇ ਵਿੱਚ ਵੀ ਪਾ ਦੂੰਗਾ ਉਹਦਾ ਲਿੰਕ C++ ਵਾਲੇ ਪ੍ਰੋਜੈਕਟ ਦਾ, ਜਿਸ ਨੂੰ ਤੁਸੀਂ ਜਾਵਾ ਦੇ ਵਿੱਚ ਕਨਵਰਟ ਕਰ, ਠੀਕ ਹੈ। ਅਗਰ ਕਿਸੇ ਕੋਈ ਸਟੂਡੈਂਟਸ ਨੂੰ ਕੋਈ ਕਨਫਿਊਜ਼ਨ ਹੈ ਤਾਂ ਤੁਸੀਂ ਆਪਣੇ ਆਪ ਨੂੰ ਅਨਮਿਊਟ ਕਰਕੇ ਪੁੱਛ ਸਕਦੇ ਹੋ।